ग्रेस है जी प्रार्थना भवन वालों सब का स्वागत किया जाता है और सब नूं फिर एक बार जय मसीह की परमेश्वर का धन्यवाद है कि परमेश्वर ने अच्छा समा साडे जीवन दे विच दिता। और आइए असी प्रभु के पवित्र वचन दे विचों कुछ गल्लां सीखण लई जावांगे। मेरे नाल कढ़िए पहला तिमोथियुस उसका चौथा अध्याय और उसके शुरू तो आपां पढ़ांगे कि परमेश्वर के कुछ वचनों आपां सीखांगे। और उहदा जिहड़ा हैडिंग है उत्थे लिखिया झूठी सिक्ख्या वफादार सेवक। उहदा आपां जिहड़ा हैडिंग पढ़दे हां ते उहदा शुरू तो पढ़ना शुरू करिए। हाँ, पहला तिमोथियुस 4 अध्याय उहदा शुरू तो। झूठी सिक्ख्या वफादार सेवक। हाँ जी, पर आत्मा साफ आखदा है भई आउण वालिਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨਿਸ਼ਚਾ ਤੋਂ ਫਿਰ ਜਾਣਗੇ। हाँ, इत्थे असीं परमेश्वर के वचन दे विच पढ़दे हां कि अज सानूं परमेश्वर के वचनां दे उत्ते परमेश्वर दे उत्ते गौर करन दी जरूरत आ कि परमेश्वर दा वचन दसदा पर आत्मा साफ आखदा है भई आउण वालिਆਂ ਸਮਿਆਂ ਵਿੱਚ कई लोग भरमाउण वालियां रूहां ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ। ਹਾਲੇਲੂਇਆ। ਇੱਥੇ ਕੀ ਆ ਜੀ ਕਿ ਪ੍ਰਭੂ ਦਾ ਆਤਮਾ ਦੱਸਦਾ ਪਿਆ, ਪਰਮੇਸ਼ਰ ਦਾ ਆਤਮਾ ਦੱਸਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਆਖਰੀ ਜਿਹੜੇ ਦਿਨ ਚੱਲਦੇ ਆ ਇਹਦੇ ਵਿੱਚ ਕੀ ਹੋਊਗਾ ਕਿ ਲੋਕ ਕੀ ਕਰਨਗੇ ਭਰਮਾਉਣ ਵਾਲੀਆਂ ਰੂਹਾਂ। ਹਾਲੇਲੂਇਆ। ਭਰਮਾਉਣ ਵਾਲੀਆਂ ਰੂਹਾਂ है ना। ਜਿੱਦਾਂ ਮੰਨ ਲਓ ਬੰਦੇ ਨੂੰ 4 ਗੱਲਾਂ ਕੀਤੀਆਂ ਤੇ ਬੰਦਾ ਕੀ ਆ ਗਿਆ ਉਹਦੇ ਵਿੱਚ ਆ ਗਿਆ ਹੈ ਨਾ। ਤੇ ਅੱਜ ਕੀ ਆ, ਅੱਜ ਜਿਹੜੇ ਕਲੀਸਿਆਵਾਂ ਦੇ ਵਿੱਚ ਆ ਪ੍ਰਭੂ ਦੇ ਲੋਕ ਜਿਹੜੇ ਆ ਉਹ ਜਿਹੜੇ ਬਚਨ 'ਚ ਲਿਖਿਆ ਕਿ ਜਦੋਂ ਯਿਸੂ ਮਸੀਹ ਉਦਾਹਰਨ ਦੇ ਰਹੇ ਸੀਗੇ, ਯਿਸੂ ਮਸੀਹ ਲੋਕਾਂ ਦੇ ਆਉਣ ਵਾਲੇ ਅੰਤ ਬਾਰੇ ਦੱਸ ਰਹੇ ਸੀਗੇ। ਮੱਤੀ ਦੀ ਅੰਜੀਲ 24 ਅਧਿਆਇ ਘਰ ਜਾ ਕੇ ਪੜ੍ਹ ਲਿਓ। ਤੇ ਉਹਦੇ ਵਿੱਚ ਲਿਖਿਆ ਯਿਸੂ ਮਸੀਹ ਦੱਸਦੇ ਪਏ ਸੀਗੇ ਕਿ ਇਹ ਜਦੋਂ ਦਿਨ ਆਉਣੇ ਆ, ਇੱਦਾਂ ਸਮਾਂ ਆਉਣਾ ਕਿ ਜਿਹੜੇ ਚੁਣੇ ਹੋਏ ਆ ਉਹ ਵੀ ਭੁਲੇਖੇ 'ਚ ਪੈ ਜਾਣੇ ਆ। ਹਾਲੇਲੂਇਆ। ਜਿਹੜੇ ਚੁਣੇ ਹੋਏ ਆ ਨਾ, ਜਿਹੜੇ ਪਰਮੇਸ਼ਰ ਨੇ ਖੜੇ ਕੀਤੇ ਆ, ਉਹ ਵੀ ਕੀ ਹੋ ਜਾਣਾ ਫਿਰ ਭੁਲੇਖੇ 'ਚ, ਉਹਨਾਂ ਨੇ ਵੀ ਭੁਲੇਖੇ ਵਿੱਚ ਪੈ ਜਾਣਾ ਵੀ ਇਹ ਗੱਲ ਸੱਚ ਆ, ਸੱਚ ਆ ਕਿ ਝੂਠ ਆ। ਅਤੇ ਇਸੇ ਤਰ੍ਹਾਂ ਪ੍ਰਭੂ ਦਾ ਵਚਨ ਦੱਸਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਆਉਣ ਵਾਲੇ ਸਮਿਆਂ ਵਿੱਚ ਪ੍ਰਭੂ ਦੇ ਆਤਮਾ ਇਸ ਗੱਲ ਨੂੰ ਦੱਸਦਾ ਕਿ ਬਹੁਤ ਸਾਰੇ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਦੇ ਵੱਲ ਚਿੱਤ ਲਾ ਕੇ ਤਾਂ ਨੇਚਾ ਤੋਂ ਕੀ ਆ, ਨੇਚਾ ਤੋਂ ਫਿਰ ਜਾਣਗੇ, ਨੇਚਾ ਤੋਂ ਪਿੱਛੇ ਹਟ ਜਾਣਗੇ। ਅਤੇ ਅੱਜ ਅਸੀਂ ਦੇਖ ਰਹੇ ਹਾਂ ਸਮੇਂ ਦੇ ਵਿੱਚ ਕਈ ਲੋਕ ਐਸੇ ਤਰ੍ਹਾਂ ਹੋ ਕੇ ਉਹਨਾਂ ਦਾ ਵਿਸ਼ਵਾਸ ਵੀ ਖਤਮ ਹੋ ਗਿਆ ਹੈ ਨਾ। ਵੀ ਕਿਸੇ ਨੇ ਕਹਿ ਤਾ ਆਪਾਂ ਇੱਦਾਂ ਕਰਨਾ, ਆਪਾਂ ਉੱਦਾਂ ਕਰਨਾ। ਇੱਕ ਵਾਰ ਪ੍ਰਭੂ ਦੀ ਹਜ਼ੂਰੀ 'ਚ ਕੋਈ ਪਰਿਵਾਰ ਆਉਂਦਾ ਸੀਗਾ ਅਤੇ ਮੈਂ ਉਦਾਹਰਨ ਦਿੱਤੀ ਵੀ ਤੁਸੀਂ ਲਗਾਤਾਰ 5 ਐਤਵਾਰ ਲਗਾਤਾਰ ਤੁਸੀਂ ਸੰਗਤੀ ਕਰੋ ਅਤੇ 6ਵੇਂ ਐਤਵਾਰ ਤੁਹਾਡਾ ਘਰ ਬਹਿਣ ਨੂੰ ਦਿਲ ਹੀ ਨਹੀਂ ਕਰਨਾ। ਅਤੇ ਉਹ ਬੀਬੀ ਨੇ ਮਤਲਬ ਕੀ ਕੱਢਿਆ, ਕਹਿੰਦੀ ਭਾਜੀ ਨੇ ਕਿਹਾ 5 ਐਤਵਾਰ ਹੀ ਆਉਣਾ, ਤੁਸੀਂ ਆਓ ਲਗਾਤਾਰ। ਅਤੇ ਉਹ ਵਾਕਿਆ 5 ਐਤਵਾਰ ਹੀ ਆਏ ਅਤੇ ਮੁੜ ਕੇ ਆਏ ਨਹੀਂ ਹੈ ਨਾ। ਅਤੇ ਪਰ ਕੀ ਹੋ ਗਿਆ, ਫਿਰ ਵੀ ਉਹਨਾਂ ਦੇ ਫਿਰ ਵੀ ਉਹੀ ਕੰਮਾਂ ਚਲੇ ਗਏ, ਉਹੀ ਮੂਰਤੀ ਪੂਜਾ ਚਲੇ ਗਏ, ਉਹੀ ਸ਼ੈਤਾਨ ਦੇ ਕੰਮਾਂ ਵਿੱਚ ਚਲੇ ਗਏ, ਪਰ ਕੋਈ ਸੁਧਾਰ ਨਹੀਂ ਹੋਇਆ। ਪਰ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਅਸੀਂ ਕੀ ਕਰਨਾ, ਅਸੀਂ ਭਰਮਾਉਣ ਵਾਲੀਆਂ ਰੂਹਾਂ ਤੋਂ ਬਚਣਾ ਆ। ਹਾਲੇਲੂਇਆ। ਭਰਮਾਉਣ ਵਾਲੀਆਂ ਰੂਹਾਂ ਕਈ ਤਰੀਕੇ ਨਾਲ ਆਉਣਗੀਆਂ। ਕਿੱਦਾਂ ਆਉਣਗੀਆਂ? ਉਹ ਯਿਸੂ ਮਸੀਹ ਨੇ ਦੱਸਿਆ ਉਹ ਬਾਹਰੋਂ ਨਹੀਂ ਕਿਤੇ ਆਉਣਗੇ, ਕਹਿੰਦਾ ਉਹ ਤੁਹਾਡੇ ਵਿੱਚ ਹੀ ਉੱਠ ਖੜ੍ਹੇ ਹੋਣੇ ਆ, ਇੱਕ ਦੂਸਰੇ ਨੂੰ ਗੁੰਮਰਾਹ ਕਰਨ ਵਾਸਤੇ, ਇੱਕ ਦੂਸਰੇ ਨੂੰ ਭਰਮਾਉਣ ਵਾਸਤੇ, ਤਾਂ ਕਿ ਸ਼ੈਤਾਨ ਜਿਹੜਾ ਉਹ ਬੜੇ ਚਲਾਕੀ ਦੇ ਨਾਲ ਕੰਮ ਕਰਦਾ ਹੈ ਅਤੇ ਚੁਣਿਆ ਹੋਇਆਂ ਨੂੰ ਵੀ ਕੀ ਕਰ ਦਿੰਦਾ, ਭੁਲੇਖੇ 'ਚ ਪਾ ਦਿੰਦਾ, ਭੁਲਾਵੇ 'ਚ ਪਾ ਦਿੰਦਾ। ਅਤੇ ਅੱਜ ਕੀ ਆ, ਅੱਜ ਲੋਕਾਂ ਦੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਹੀ ਹੋ ਰਿਹਾ ਆ। ਅਤੇ ਇਸ ਤਰ੍ਹਾਂ ਹੋਣ ਦੇ ਕਾਰਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਨਾਲ ਕਿਉਂ ਹੋ ਰਿਹਾ, ਮੈਨੂੰ ਇਹ ਕਿਹਨੇ ਕੀਤਾ, ਕਿ ਕੌਣ ਮੇਰੇ ਨਾਲ ਕਰ ਰਿਹਾ। ਮਾਫੀ ਮੰਗਣ ਲਈ ਤਿਆਰ ਨਹੀਂ, ਆਪਣੀ ਜਗ੍ਹਾ ਦੇ ਉੱਤੇ ਆਉਣ ਲਈ ਤਿਆਰ ਨਹੀਂ, ਪਰ ਕੀ ਹੈ, ਸ਼ੈਤਾਨ ਦੀ ਮਾਰ ਖਾ ਕੇ ਹੋਰ ਮਜ਼ਬੂਤ ਹੋਈ ਜਾਂਦੇ। ਅਤੇ ਫਿਰ ਲਾਸਟ 'ਤੇ ਕੀ ਹੋਣਾ, ਫਿਰ ਲਾਸਟ 'ਤੇ ਇਹੀ ਹੋਣਾ, ਲੈ ਯਿਸੂ ਨੇ ਤਾਂ ਮੈਨੂੰ ਦੇਖਿਆ ਹੀ ਨਹੀਂ। ਪਰ ਯਿਸੂ ਮਸੀਹ ਕਹਿੰਦੇ ਆ
ਦੇਖੋ ਮੈਂ ਯੁੱਗਾਂ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਆ। ਹਾਲੇਲੂਇਆ। ਦੇਖੋ, ਤੇ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਵੀ ਤੁਹਾਡੇ ਤੇ ਦੁੱਖ ਨਹੀਂ ਆਉਣੇ। ਯਿਸੂ ਮਸੀਹ ਨੇ ਇਹ ਨਹੀਂ ਕਿਹਾ ਵੀ ਤੁਹਾਡੇ ਉੱਤੇ ਦੁੱਖ ਨਹੀਂ ਆਉਣੇ। ਵਚਨ 'ਚ ਇਹ ਵੀ ਨਹੀਂ ਕਿਤੇ ਲਿਖਿਆ ਤੁਹਾਡੇ ਤੇ ਦੁੱਖ ਨਹੀਂ ਆਉਣੇ। ਤੇ ਪਰ ਯਿਸੂ ਮਸੀਹ ਇਹ ਕਹਿੰਦੇ ਆ, ਪਰਮੇਸ਼ਰ ਦੇ ਵਚਨ 'ਚ ਲਿਖਿਆ, ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ। ਹਾਲੇਲੂਇਆ। ਦੇਖੋ ਕਿੰਨਾ ਪਰਮੇਸ਼ਰ ਵਧੀਆ, ਕਿੰਨਾ ਸਾਡਾ ਪਰਮੇਸ਼ਰ ਭਲਾ। ਉਹ ਕਹਿੰਦਾ ਮੈਂ ਦੁੱਖ ਦੇ ਵਿੱਚ ਉਹਦੇ ਨਾਲ ਹੋਵਾਂਗਾ। ਕਹਿੰਦਾ ਉਹਦੇ ਵਿੱਚ ਬੜਾ ਵਧੀਆ ਲਿਖਿਆ, 91 ਜ਼ਬੂਰ ਉਹਦਾ 14ਵੀਂ ਕੜੀ ਪੜ੍ਹੀਏ। ਜ਼ਬੂਰ 91 ਉਹਦੀ 14ਵੀਂ ਕੜੀ ਪੜ੍ਹੀਏ। ਉਹਦੇ 'ਚ ਲਿਖਿਆ, ਉਹਨੇ ਕੀ ਕੀਤਾ, ਮੇਰੇ ਨਾਲ ਪ੍ਰੀਤ ਲਾਈ ਆ। ਹਾਲੇਲੂਇਆ। ਜ਼ਬੂਰ 91:14। ਉਸਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਹਾਂ, ਸੋ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਉੱਚਾ ਕਰਾਂਗਾ। ਹਾਂ, ਉਹਨੇ ਮੇਰਾ ਨਾਮ ਜੋ ਜਾਤਾ ਹੈ, ਹਾਂ, ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਉੱਤਰ ਦਿਆਂਗਾ। ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ। ਹਾਲੇਲੂਇਆ। ਇੱਥੇ ਕੀ ਆ, ਪਰਮੇਸ਼ਰ ਕੀ ਕਹਿੰਦਾ ਮੈਂ ਉਹ ਕੀ ਕਰੇਗਾ, ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਉੱਤਰ ਦਿਆਂਗਾ ਤੇ ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ। ਹਾਲੇਲੂਇਆ। ਇਹਦਾ ਮਤਲਬ ਪਰਮੇਸ਼ਵਰ ਸਾਨੂੰ ਦੁੱਖ ਦੇ ਵਿੱਚ ਵੀ ਛੱਡਦਾ ਨਹੀਂ। ਪਰ ਕਈ ਵਾਰੀ ਕਈ ਲੋਕ ਕੀ ਕਰਦੇ ਆ, ਮਾੜਾ ਜਿਹਾ ਦੁੱਖ ਜ਼ਿੰਦਗੀ 'ਚ ਆ ਜਾਏ ਤੇ ਕੀ ਆ, ਪਰਮੇਸ਼ਵਰ ਨੂੰ ਕਈ ਕੁਛ ਬੋਲ ਜਾਂਦੇ ਆ, ਰੱਬ ਨੂੰ ਕਈ ਕੁਛ ਬੋਲ ਜਾਂਦੇ ਆ। ਪਰ ਕੀ ਹੈ ਕਿ ਪਰਮੇਸ਼ਵਰ ਵਾਅਦਾ ਕਰਦਾ, ਦੁੱਖ ਵਿੱਚ ਮੈਂ ਉਹਦੇ ਅੰਗ, ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਉੱਤਰ ਦਿਆਂਗਾ ਤੇ ਦੁੱਖ ਵਿੱਚ ਮੈਂ ਉਹਦੇ ਅੰਗ ਹੋਵਾਂਗਾ। ਦੇਖੋ, ਮੈਂ ਅੱਜ ਸੋਚਦਾ ਸੀਗਾ, ਅੱਜ ਵੀ ਕੱਲ੍ਹ ਵੀ ਵਿਚਾਰ ਕਰਦਾ ਸੀ। ਮੈਂ ਕਿਹਾ ਵੀ ਪ੍ਰਭੂ ਦੇ ਲੋਕ, ਸਵੇਰੇ ਵੀ ਮੈਂ ਬੱਚਿਆਂ ਨਾਲ ਗੱਲ ਕਰਨ ਡਿਆ ਸੀ, ਮੈਂ ਕਿਹਾ ਪਰਮੇਸ਼ਰ ਦੇ ਲੋਕ ਭੁੱਖੇ ਰਹਿ ਕੇ ਵੀ ਪ੍ਰਭੂ ਦੀ ਸੇਵਾ ਕਰਦੇ ਆ, ਹੈ ਨਾ। ਉਹਨਾਂ ਦੇ ਕੋਲ ਜੇ ਨਹੀਂ, ਰੋਟੀ ਵੀ ਨਹੀਂ ਨਾ, ਤਾਂ ਵੀ ਪ੍ਰਭੂ ਦੀ ਸੇਵਾ ਕਰਦੇ, ਤਾਂ ਵੀ ਪ੍ਰਭੂ ਦਾ ਧੰਨਵਾਦ ਕਰਦੇ, ਤਾਂ ਵੀ ਲੋਕਾਂ ਲਈ ਪ੍ਰਾਰਥਨਾ ਕਰਦੇ ਆ, ਤਾਂ ਵੀ ਪਰ ਪਰਮੇਸ਼ਰ ਨੂੰ ਨਹੀਂ ਕੁਛ ਵੀ ਕਹਿੰਦੇ। ਉਹ ਕਹਿੰਦੇ ਪ੍ਰਭੂ ਤੇਰਾ ਧੰਨਵਾਦ ਹੈ, ਤੂੰ ਸਾਨੂੰ ਦੁਨੀਆ ਦੇ ਵਿੱਚੋਂ ਬਚਾਇਆ ਆ, ਸੰਸਾਰ ਦੇ ਵਿੱਚੋਂ ਬਚਾ ਕੇ ਤੇ ਆਪਣੀ ਮਹਿਮਾ ਲਈ ਸਾਨੂੰ ਰੱਖਿਆ ਹੋਇਆ। ਤੇ ਉਹ ਸਾਰਿਆਂ ਵਾਸਤੇ ਹੈ। ਪਰ ਕੀ ਹੈ, ਅੱਜ ਦੇਖੋ ਲੋਕ, ਜੇ ਉਹਨਾਂ ਤਨਖਾਹਾਂ ਮਿਲਦੀਆਂ ਹੁੰਦੀਆਂ, ਸਾਰਾ ਕੁਛ ਹੁੰਦਾ, ਰੋਟੀ ਪਾਣੀ ਚੱਲਦਾ ਹੁੰਦਾ ਵਧੀਆ, ਪਰ ਫਿਰ ਵੀ ਕੀ ਕਰਦੇ ਆ, ਫਿਰ ਵੀ ਰੱਬ ਨੂੰ ਕੀ ਕਰਦੇ ਆ, ਰੱਬ ਨੂੰ ਮਿਹਣੇ ਮਾਰਦੇ ਆ, ਫਿਰ ਵੀ ਰੱਬ ਨੂੰ ਗੱਲਾਂ ਕਰਦੇ ਆ। ਫਿਰ ਵੀ ਵਿਸ਼ਵਾਸੀ ਵੀ ਜਿਹੜੇ ਬੰਦਗੀ ਕਰਨ ਵਾਲੇ ਲੋਕ ਆ, ਉਹ ਵੀ ਰੱਬ ਨੂੰ ਗੱਲਾਂ ਕਰਦੇ ਆ, ਉਹ ਵੀ ਰੱਬ ਨੂੰ ਕਹਿੰਦੇ ਆ। ਪਰ ਦੇਖੋ ਸੇਵਾਦਾਰ ਜਿਹੜੇ ਸੇਵਾ ਕਰਦੇ ਆ, ਉਹ ਕਈ ਵਾਰੀ ਉਹਨਾਂ ਦੇ ਕੋਲ ਕੁਛ ਵੀ ਨਹੀਂ ਆ ਤੇ ਤਾਂ ਵੀ ਉਹ ਪ੍ਰਭੂ ਦਾ ਧੰਨਵਾਦ ਕਰਦੇ, ਕਿਉਂਕਿ ਕਿਸੇ ਕੋਲ ਮੰਗ ਨਹੀਂ ਸਕਦੇ, ਕਿਸੇ ਨੂੰ ਕਹਿ ਨਹੀਂ ਸਕਦੇ, ਪਰ ਫਿਰ ਵੀ ਉਹ ਪਰਮੇਸ਼ਰ ਦਾ ਧੰਨਵਾਦ ਕਰਦੇ ਆ, ਪ੍ਰਾਰਥਨਾ ਕਰਦੇ ਆ। ਪਰ ਸਾਨੂੰ ਕਿੰਨਾ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਜਦੋਂ ਸਾਰਾ ਕੁਝ ਸਾਡੇ ਕੋਲ ਆ, ਅਸੀਂ ਆਪਣੇ ਘਰਾਂ ਵਿੱਚ ਬੈਠੇ ਆ, ਅਸੀਂ ਆਪਣੇ ਸਮਾਜ ਵਿੱਚ ਬੈਠੇ ਆ, ਆਪਣੇ ਲੋਕਾਂ ਵਿੱਚ ਬੈਠੇ ਆ, ਤੇ ਜੇ ਸਾਡੇ ਕੋਲ ਕੋਈ ਚੀਜ਼ ਨਹੀਂ ਹੈ ਤਾਂ ਆਪਾਂ ਆਪਣੇ ਦੂਜੇ ਪਰਿਵਾਰ ਕੋਲ ਮੰਗ ਵੀ ਸਕਦੇ, ਲੈ ਵੀ ਸਕਦੇ ਹਨ। ਤੇ ਪਰ ਪ੍ਰਭੂ ਦੇ ਸੇਵਕ ਜਿਹੜੇ ਆ, ਇੱਥੇ ਤੱਕ ਸੇਵਾ ਕਰਦੇ ਆ, ਜਿਹੜੇ ਨਾ ਕਿਸੇ ਨੂੰ ਮੰਗ ਸਕਦੇ, ਨਾ ਕਿਸੇ ਨੂੰ ਕਹਿ ਸਕਦੇ, ਤੇ ਜੇ ਕੋਈ ਉਹਨਾਂ ਕੋਲ ਮੰਗਣ ਆ ਗਿਆ ਤੇ ਉਹਨਾਂ ਨੂੰ ਨਾਮ ਹੀ ਨਹੀਂ ਕਰ ਸਕਦੇ। ਤੇ ਪਰਮੇਸ਼ਵਰ ਕਿੱਦਾਂ ਆਪਣੇ ਲੋਕਾਂ ਨੂੰ ਚਲਾ ਰਿਹਾ, ਤੇ ਫਿਰ ਵੀ ਉਹ ਪ੍ਰਭੂ ਦਾ ਧੰਨਵਾਦ ਕਰਦੇ ਆ। ਪਰ ਜਿਨ੍ਹਾਂ ਲੋਕਾਂ ਨੂੰ ਰੱਬ ਨੇ ਇੰਨਾ ਕੁਛ ਦਿੱਤਾ, ਉਹ ਫਿਰ ਨਹੀਂ ਧੰਨਵਾਦ ਕਰਦੇ। ਉਹ ਕਹਿੰਦੇ ਹਾਏ ਮਰ ਗਏ, ਸਰਦਾ ਹੀ ਨਹੀਂ, ਬਣਦਾ ਹੀ ਨਹੀਂ ਕੁਛ ਵੀ, ਹੈ ਨਾ, ਚੱਲਦਾ ਹੀ ਨਹੀਂ ਕੁਛ ਵੀ। ਪਰ ਇਸ ਕਰਕੇ ਸਾਨੂੰ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ, ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਉਹ ਪਰਮੇਸ਼ਵਰ ਕਿੰਨਾ ਭਲਾ ਆ। ਉਹ ਕਹਿੰਦਾ ਉਸ ਨੇ ਮੇਰੇ ਨਾਲ ਪ੍ਰੀਤ ਲਾਈ ਆ, ਮੈਂ ਉਹਨੂੰ ਕੀ ਕਰਾਂਗਾ, ਛੁਡਾਵਾਂਗਾ ਤੇ ਮੈਂ ਉਹਨੂੰ ਆਦਰ ਦਿਆਂਗਾ, ਮੈਂ ਉਹਨੂੰ ਉੱਚਾ ਕਰਾਂਗਾ। ਤੇ ਫਿਰ ਕਹਿੰਦਾ ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਉੱਤਰ ਦਿਆਂਗਾ ਤੇ ਦੁੱਖ ਦੇ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ। ਦੇਖੋ ਕਿੰਨਾ ਪਰਮੇਸ਼ਰ ਭਲਾ। ਪਰ ਇੱਥੇ ਬਾਣੀ ਦੱਸਦੀ ਆ ਵੀ ਲੋਕ ਕੀ ਕਰਨਗੇ, ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ। ਅੱਜ ਉਹੀ ਕੁਛ ਹੋ ਰਿਹਾ, ਅੱਜ ਉਹ ਕੁਛ ਚੱਲਦਾ ਪਿਆ ਆ। ਪਰ ਜਿਹੜੇ ਲੋਕ ਬਾਣੀ ਨੂੰ ਮੰਨਦੇ ਆ, ਪਰਮੇਸ਼ਰ ਦੇ ਵਚਨ ਨੂੰ ਮੰਨਦੇ ਆ, ਪਰਮੇਸ਼ਰ ਦੇ ਵਚਨ ਦੇ ਵਿੱਚ ਰਹਿੰਦੇ ਆ, ਪਰਮੇਸ਼ਰ ਉਹਨਾਂ ਨੂੰ ਕਦੇ ਵੀ ਠੋਕਰ ਨਹੀਂ ਖਾਣ ਦਿੰਦਾ। ਤੇ ਅੱਗੇ ਲਿਖਿਆ ਕਿ ਜਦੋਂ ਅਗਲਾ ਵਚਨ ਪੜ੍ਹਦੇ ਆ, ਲਿਖਿਆ ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ, ਜਿਨ੍ਹਾਂ ਦਾ ਆਪਣਾ ਹੀ ਅੰਤःਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ, ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਹਨਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ਰ ਨੇ ਉਤਪਤ ਕੀਤੇ, ਭਈ ਨੇਚਾ ਕਰਨ ਵਾਲੇ ਅਤੇ ਸੱਚਾਈ ਤੇ ਜਾਣਨ ਵਾਲੇ ਧੰਨਵਾਦ ਨਾਲ ਵਰਤਨ। ਹਾਲੇਲੂਇਆ।
ਤੇ ਦੇਖੋ ਵੀ ਕਿੱਦਾਂ ਦੀ ਸਿੱਖਿਆ ਜਿਹੜੀ ਭੂਤਾਂ ਦੀ ਸਿੱਖਿਆ, ਉਹ ਕਹਿੰਦੇ ਆ ਵਿਆਹ ਨਹੀਂ ਕਰਨੇ ਚਾਹੀਦੇ, ਹੈ ਨਾ, ਵਿਆਹ ਨਹੀਂ ਕਰਨਾ ਚਾਹੀਦਾ। ਤੇ ਇਹਦਾ ਮਤਲਬ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ? ਪਰਮੇਸ਼ਵਰ ਨੇ ਜਿਹੜਾ ਪਹਿਲਾ ਜੋੜਾ ਪਰਮੇਸ਼ਵਰ ਨੇ ਬਣਾਇਆ, ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ। ਪਰਮੇਸ਼ਵਰ ਨੇ ਆਦਮ ਨੂੰ ਪਹਿਲਾਂ ਬਣਾਇਆ ਔਰ ਫਿਰ ਪਰਮੇਸ਼ਵਰ ਨੇ ਦੇਖਿਆ ਚੰਗਾ ਨਹੀਂ ਵੀ ਆਦਮੀ ਇਕੱਲਾ ਰਵੇ, ਤੇ ਫਿਰ ਪਰਮੇਸ਼ਵਰ ਨੇ ਉਹਦੇ ਲਈ ਇੱਕ ਸਹਾਇਕਨ ਬਣਾਈ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਦੋਨਾਂ ਨੂੰ। ਤੇ ਉਹਦਾ ਮਤਲਬ ਜਿਹੜੇ ਅੱਜ ਇਹ ਕੰਮ ਚੱਲ ਰਿਹਾ ਉਹ ਕਿਹਦੀ ਸਿੱਖਿਆ? ਫਿਰ ਭੂਤਾਂ ਦੀ ਸਿੱਖਿਆ। ਤੇ ਵਿਸ਼ਵਾਸੀ ਵੀ ਕੀ ਹਿਲ ਜਾਂਦੇ ਆ, ਤੇ ਕਈ ਜਿਹੜੇ ਜ਼ਿਆਦਾ ਬਿਦਾਰ ਹੋ ਜਾਂਦੇ ਨਾ, ਉਹ ਕਹਿੰਦੇ ਹੁਣ ਮੈਂ ਵਿਆਹ ਹੀ ਨਹੀਂ ਕਰਾਉਣਾ, ਹੁਣ ਮੈਂ ਇੱਦਾਂ ਹੀ ਉੱਡ ਜਾਣਾ ਤਾਂ ਨੂੰ, ਬਸ ਉਹ ਉੱਡਣ ਦੇ ਚੱਕਰ 'ਚ ਤੇ ਮੁੜ ਕੇ ਕੁਛ ਵੀ ਨਹੀਂ ਕਰ ਪਾਉਂਦੇ। ਕਿਉਂਕਿ ਜਦੋਂ ਮੈਂ ਮਸੀਹ 'ਚ ਆਇਆ, ਪ੍ਰਭੂ ਦੇ ਸੇਵਾ 'ਚ ਆਇਆ ਸੀਗਾ, ਅਤੇ ਮੈਂ ਇੱਦਾਂ ਜਿਸ ਚਰਚ ਦੇ ਵਿੱਚ ਰਹਿੰਦਾ ਸੀ ਆਪਣੇ ਪਾਸਟਰ ਦੇ ਨਾਲ, ਅਤੇ ਮੈਨੂੰ ਇੱਕ ਕਮਰਾ ਦਿੱਤਾ ਹੁੰਦਾ ਸੀਗਾ, ਤਾਂ ਮੈਂ ਮੰਜੇ 'ਤੇ ਨਹੀਂ ਸੌਂਦਾ ਹੁੰਦਾ ਸੀ, ਮੈਂ ਥੱਲੇ ਗੱਦਾ ਵਿਛਾਇਆ ਹੁੰਦਾ ਸੀ, ਅਤੇ ਮੈਂ ਥੱਲੇ ਹੀ ਪੈਂਦਾ ਹੁੰਦਾ ਸੀਗਾ। ਜਦੋਂ ਮੇਰਾ ਦਿਲ ਕਰਨਾ ਮੈਂ ਉੱਠ ਕੇ ਪ੍ਰਾਰਥਨਾ ਕਰ ਲਾ ਆਪਣਾ ਰਾਤ ਨੂੰ। ਅਤੇ ਇੱਕ ਦਿਨ ਪ੍ਰਭੂ ਦੇ ਦਾਸ ਨੂੰ ਮੈਂ ਕਿਹਾ, ਅਤੇ ਮੈਂ ਕਿਹਾ ਵੀ ਮੈਂ ਹੈ ਨਾ ਹੁਣ ਵਿਆਹ ਨਹੀਂ ਕਰਾਉਣਾ, ਅਤੇ ਮੈਂ ਇੱਦਾਂ ਹੀ ਸੇਵਾ ਕਰਨੀ। ਉਹ ਕਹਿੰਦਾ ਫਿਰ ਸਾਡੇ ਨਾਲ ਨਹੀਂ ਰਹਿਣਾ, ਜੇ ਤੂੰ ਨਹੀਂ ਵਿਆਹ ਨਹੀਂ ਕਰਾਉਣਾ ਫਿਰ ਹੋਰ ਕਿਤੇ ਚਲੇ ਜਾ, ਜੰਗਲਾਂ ਜੁੰਗਲਾਂ ਚਲ ਜਾ, ਜਾਂ ਹੋਰ ਕਿਸੇ ਨਾਲ ਚਲ ਜਾ। ਅਤੇ ਇਹਦਾ ਮਤਲਬ ਇਹ ਜਿਹੜੀ ਸਿੱਖਿਆ ਕੀ ਆ? ਭੂਤਾਂ ਦੀ ਆ। ਕਈ ਵਾਰ ਲੋਕਾਂ ਨੂੰ ਭੂਤ ਹੀ ਗਵਾਹੀ ਕਰਦੇ ਹੁੰਦੇ, ਉਹ ਕਹਿੰਦੇ ਅਸੀਂ ਬੜੀ ਦੁਆ ਕਰਨ ਲੱਗ ਪਏ, ਬੜੀ ਧੰਨਵਾਦ ਕਰਦੇ, ਬੜਾ ਰੌਲਾ ਪਾਉਂਦੇ, ਅਤੇ ਇਹ ਹੁਣ ਸਾਨੂੰ ਕੌਣ ਦੱਸਣ ਡਿਆ? ਰੱਬ ਹੀ ਦੱਸਣ ਡਿਆ, ਆਤਮਾ ਦੱਸਣ ਡਿਆ। ਪਰ ਆਤਮਾ ਨਹੀਂ, ਕਈ ਵਾਰੀ ਭੂਤ ਵੀ ਕੰਮ ਕਰ ਜਾਂਦਾ ਉਹਦੇ ਵਿੱਚ ਹੀ ਆ ਕੇ, ਅਤੇ ਉਹ ਹੀ ਦੇ ਕੇ ਚਲ ਜਾਂਦਾ, ਅਤੇ ਉਹ ਹੀ ਲੈ ਕੇ ਤੁਰੇ ਫਿਰਦੇ ਫਿਰ ਵੀ ਠੀਕ ਆ, ਇਹ ਹੁਣ ਮੈਨੂੰ ਰੱਬ ਦੇ ਆਤਮਾ ਨੇ ਕਿਹਾ। ਨਹੀਂ, ਆਤਮਾ ਇੱਦਾਂ, ਆਤਮਾ ਜੇ ਸਾਨੂੰ ਦੱਸੂਗਾ ਅਤੇ ਆਤਮਾ ਸਾਨੂੰ ਵਧਾਊਗਾ, ਸਾਨੂੰ ਘਾਟੇ 'ਚ ਨਹੀਂ ਲੈ ਕੇ ਜਾਊਗਾ ਪ੍ਰਭੂ ਦਾ ਆਤਮਾ। ਅਤੇ ਇਸ ਕਰਕੇ ਅੱਜ ਲੋਕ ਇਸ ਤਰ੍ਹਾਂ ਦੀ ਸਿੱਖਿਆ ਦੇ ਵਿੱਚ ਫਸ ਗਏ ਆ, ਇੱਦਾਂ ਵਿਸ਼ਵਾਸੀ ਲੋਕ ਵੀ ਜਿਹੜੇ ਉਹਦੇ ਵਿੱਚ ਵੜ ਗਏ ਆ। ਕਿਉਂਕਿ ਬਚਨ 'ਚ ਲਿਖਿਆ ਜਿੱਥੇ ਅਗਵਾਈ ਨਹੀਂ ਆ ਲੋਕ ਨਾਸ਼ ਹੋ ਜਾਂਦੇ ਆ। ਮਤਲਬ ਅਗਵਾਈ ਕਰਨ ਵਾਲਾ ਕੋਈ ਨਹੀਂ ਹੁੰਦਾ। ਫਿਰ ਕਹਿੰਦੇ ਹੁਣ ਮੈਂ ਹੀ ਕਰਤਾ ਧਰਤਾ, ਸਭ ਕੁਛ ਮੈਂ ਹੀ ਹਾਂ, ਮੈਨੂੰ ਤਾਂ ਸਾਰਾ ਕੁਝ ਪਤਾ, ਮੈਨੂੰ ਕਿਸੇ ਕੋਲ ਸਲਾਹ ਲੈਣ ਦੀ ਕੀ ਜ਼ਰੂਰਤ ਆ। ਅਤੇ ਜਿਹੜਾ ਜਦੋਂ ਰੱਬ ਦੇ ਲੋਕਾਂ ਦੀ ਸਲਾਹ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ, ਸੰਗਤੀ ਤੋਂ ਬਿਨਾਂ, ਰੱਬ ਦੀ ਸੰਗਤੀ ਤੋਂ ਬਿਨਾਂ, ਪਰਮੇਸ਼ਵਰ ਦੇ ਲੋਕਾਂ ਤੋਂ ਬਿਨਾਂ। ਅਤੇ ਇਸ ਕਰਕੇ ਇੱਥੇ ਲਿਖਿਆ ਕਿ ਭੂਤਾਂ ਦੀ ਸਿੱਖਿਆ, ਰੂਹਾਂ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀ ਸਿੱਖਿਆ। ਭੂਤ ਇਹੀ ਹੈ, ਭੂਤ ਇਹ ਕਹਿਣਗੇ ਕਿ ਭੂਤ ਕਹਿੰਦਾ ਵਿਆਹ ਨਾ ਕਰ, ਅਤੇ ਰੱਬ ਕਹਿੰਦਾ ਮੈਂ ਤਾਂ ਬਣਾਇਆ ਹੈ ਨਾ, ਮੈਂ ਤਾਂ ਜੋੜਿਆਂ ਨੂੰ ਬਣਾਇਆ ਅਤੇ ਮੈਂ ਤਾਂ ਉਹਨਾਂ ਨੂੰ ਆਸ਼ੀਸ਼ ਦਿੱਤੀ ਆ। ਅਤੇ ਇਸ ਕਰਕੇ ਫਿਰ ਅੱਗੇ ਲਿਖਿਆ ਵੀ ਕੁਛ ਭੋਜਨਾਂ ਦੇ ਖਾਣ ਤੋਂ ਵਰਜਦੇ ਆ, ਤਾਂ ਲਿਖਿਆ ਵਚਨ 'ਚ ਮਨਾ ਹੀ ਨਹੀਂ ਆ, ਹੈ ਨਾ। ਅਤੇ ਹੁਣ ਆਪਾਂ ਕਈ ਹੈ ਨਾ ਸੰਸਥਾ ਬਣ ਹੀ ਗਈਆਂ ਕਿ ਕੋਈ ਕਹਿੰਦੇ ਮੀਟ ਆਂਡਾ ਨਹੀਂ ਖਾਣਾ, ਹੈ ਨਾ, ਕੋਈ ਕਹਿੰਦਾ, ਅਤੇ ਇਹ ਨਸ਼ੇ ਨੁਸ਼ੇ ਕੋਈ ਨਹੀਂ ਕਹਿੰਦਾ ਵੀ ਨਸ਼ੇ ਨਹੀਂ ਕਰਨੇ, ਨਾ ਉਹ ਖਾਈ ਜਾਂਦੇ ਆ। ਅਤੇ ਕਈ ਮੈਂ ਦੇਖੇ, ਕਈ ਜਾਂਦੇ ਆ ਕਹਿੰਦੇ ਮੀਟ ਆਂਡਾ ਨਹੀਂ ਖਾਂਦੇ ਉਹ, ਪਰ ਤੰਬਾਕੂ ਮਲ ਮਲ ਕੇ ਖਾਈ ਜਾਂਦੇ, ਦਿਹਾੜੀ 'ਚ 4-5 ਵਾਰੀ ਵੀ ਖਾ ਜਾਂਦੇ। ਵੀ ਦੱਸ ਮੀਟ ਆਂਡਾ ਖਾ ਲਓਗੇ ਤੁਹਾਡੇ ਸਰੀਰ ਨੂੰ ਕੋਈ ਦਊਗਾ, ਐਨਰਜੀ ਦਊਗਾ, ਤਾਕਤ ਦਊਗਾ, ਅਤੇ ਇਹ ਤੰਬਾਕੂ ਕਲੀ ਨੇ ਕੀ ਦੇਣਾ? ਕੈਂਸਰ ਹੀ ਕਰਨਾ ਮੁੜ ਕੇ, ਹੈ ਨਾ, ਕੈਂਸਰ ਦੀ ਬਿਮਾਰੀ। ਅਤੇ ਮੁੜ ਕੇ ਕਹਿਣਾ ਹਾਂ ਇਹ ਤਾਂ ਸ਼ਰਾਬ ਵੀ ਨਹੀਂ ਪੀਂਦਾ ਵਿਚਾਰਾ, ਅਤੇ ਇਹ ਤਾਂ ਕੁਛ ਖਾਂਦਾ ਵੀ ਨਹੀਂ, ਇਹ ਦੂਸਰਾ ਮੀਟ ਆਂਡਾ ਵੀ ਨਹੀਂ ਖਾਂਦਾ, ਅਤੇ ਇਹ ਬੰਦੇ ਨੂੰ ਕੈਂਸਰ ਕਿੱਦਾਂ ਹੋ ਗਿਆ? ਇਹਨਾਂ ਪਤਾ ਨਹੀਂ ਕਿ ਕੈਂਸਰ ਵਾਲੀ ਕਲੀ ਤਾਂ ਖਾਂਦਾ ਹੀ ਆ, ਹੈ ਨਾ। ਇਸ ਕਰਕੇ ਅਸੀਂ ਵਿਸ਼ਵਾਸੀ ਲੋਕ ਜਿਹੜੇ ਆ ਸੁਚੇਤ ਰਹੀਏ, ਪ੍ਰਭੂ ਦੇ ਵਚਨ ਦੇ ਵਿੱਚ ਰਹੀਏ, ਪ੍ਰਭੂ ਦੇ ਵਚਨ ਨੂੰ ਮੰਨੀਏ, ਆਗਿਆਕਾਰੀ ਕਰੀਏ, ਭੂਤਾਂ ਦੀ ਸਿੱਖਿਆ ਵੱਲ ਨਾ ਜਿੱਤ ਲਾਈਏ, ਭਰਮਾਉਣ ਵਾਲੇ ਲੋਕਾਂ ਮਗਰ ਨਾ ਤੁਰੀਏ। ਭਰਮਾਉਣ ਵਾਲੇ ਆ ਚਲੀਏ ਆਪਾਂ ਜਲੰਧਰ ਚੱਲਦੇ ਹਾਂ, ਹੈ ਨਾ, ਭਰਮਾਉਣ ਵਾਲੇ ਇਹੀ ਉਹਨੇ ਵੀ ਜਿਹੜਾ ਤੈਨੂੰ ਇੱਥੋਂ ਨਹੀਂ ਵਿਚਾਰੇ ਨੂੰ ਕੁਛ ਮਿਲਿਆ ਜਲੰਧਰੋਂ ਕੀ ਮਿਲ ਜਾਣਾ, ਹੈ ਨਾ। ਕਿਉਂਕਿ ਆਪਾਂ ਆਪ ਹੀ ਕਹਾਵਤ ਪਾਉਂਦੇ ਹਾਂ, ਜਿਹੜਾ ਇੱਥੇ ਭੁੱਖਾ ਲਾਹੌਰ ਵੀ ਭੁੱਖਾ, ਹੈ ਨਾ। ਕਈ ਲੋਕ ਹੁਣ ਬਾਹਰ ਜਾਂਦੇ ਆ, ਡੁਬਈ ਜਾਂਦੇ ਆ, ਅਤੇ ਇੱਥੋਂ ਕਰਜ਼ਾ ਲੈ ਕੇ ਚਲ ਜਾਂਦੇ ਆ, ਅਤੇ ਉੱਥੇ ਕਰਜ਼ਾ ਚੜ੍ਹਾ ਕੇ ਵਾਪਸ ਮੁੜ ਆਉਂਦੇ ਆ। ਕਿਉਂਕਿ ਸਾਡਾ ਇੱਕ ਰਿਸ਼ਤੇਦਾਰੀ ਸੀ ਮੁੰਡਾ, ਇੱਥੋਂ ਮਾਂ ਸੀ, ਪਿਓ ਤੇ ਸਿਰ 'ਤੇ ਹੈ ਨਹੀਂ, ਮਾਂ ਨੇ ਵਿਚਾਰੀ ਇੱਥੋਂ ਪੈਸੇ ਚੱਕ ਕੇ 50,000 ਰੁਪਈਆ ਅਤੇ ਕਿਸੇ ਤੋਂ ਅਤੇ ਬਾਹਰ ਭੇਜਤਾ, ਅਤੇ ਉੱਥੇ ਕਹਿੰਦਾ ਮੇਰਾ ਤਾਂ ਨਹੀਂ ਦਿਲ ਲੱਗਦਾ, ਮੈਂ ਨਹੀਂ ਇਹ ਕੰਮ ਕਰਨਾ, ਅਤੇ ਆ ਗਿਆ 50,000 ਸਿਰ ਚੜ੍ਹਾ ਕੇ, ਉੱਤੇ ਹੀ ਜਿਹੜੇ ਵਾਧੂ ਪੈਸੇ ਲਾਏ ਉਹ ਹੋਰ ਸਿਰ ਚੜ੍ਹਾ ਕੇ ਅਤੇ ਵਾਪਸ ਆ ਗਿਆ। ਇਹਦਾ ਮਤਲਬ ਜਿਹੜਾ ਇੱਥੇ ਨਹੀਂ ਕੁਛ ਕਰ ਸਕਦਾ ਅੱਗੇ ਵੀ ਮੁਸ਼ਕਿਲ ਹੈ ਉਹਦੇ ਵਾਸਤੇ। ਅਤੇ ਇਸ ਕਰਕੇ ਪਰਮੇਸ਼ਵਰ ਦੇ ਨਾਲ ਵਫਾਦਾਰ ਰਹਿਣ ਦੀ ਜ਼ਰੂਰਤ ਆ, ਪਰਮੇਸ਼ਵਰ ਦੀ ਬਾਣੀ ਨੂੰ ਮੰਨਣ ਦੀ ਜ਼ਰੂਰਤ ਆ, ਪਰਮੇਸ਼ਵਰ ਦੀਆਂ ਗੱਲਾਂ 'ਤੇ ਚਿੱਤ ਲਾ ਕੇ ਚੱਲਣ ਦੀ ਜ਼ਰੂਰਤ ਆ। ਵੀ ਜਿੱਥੇ ਪ੍ਰਭੂ ਨੇ ਸਾਨੂੰ ਰੱਖਿਆ ਸਹੀ ਜਗ੍ਹਾ 'ਤੇ ਰੱਖਿਆ ਹੋਇਆ, ਹੈ ਨਾ। ਪ੍ਰਭੂ ਨੂੰ ਜੇ ਪਤਾ ਹੁੰਦਾ ਪਹਿਲੇ ਆਪਾਂ ਨੂੰ ਉੱਥੇ ਰੱਖ ਦੇਣਾ ਸੀ ਉਹਨੇ,
ਹੈ ਨਾ। ਪਹਿਲੇ ਆਪਾਂ ਨੂੰ ਉੱਥੇ ਪਹੁੰਚਾ ਦੇਣਾ ਹੈਗਾ, ਪਰ ਜਿੱਥੇ ਪ੍ਰਭੂ ਨੇ ਰੱਖਿਆ ਨਾ ਸਾਨੂੰ ਵਧੀਆ ਰੱਖਿਆ ਹੋਇਆ, ਤਾਂ ਕਿ ਉਹ ਚਾਹੁੰਦਾ ਅਸੀਂ ਇੱਥੋਂ ਉੱਠੀਏ, ਇੱਥੋਂ ਆਸ਼ੀਸ਼ ਪਾਈਏ। ਦੇਖੋ ਪ੍ਰਭੂ ਨੇ ਇੱਕ ਸਾਨੂੰ ਘਰ ਦਿੱਤਾ, ਇੱਕ ਪਿੰਡ ਦਿੱਤਾ ਹੈ ਨਾ। ਉਸ ਜੇ ਆਪਾਂ ਕਹੀਏ ਹਾਏ ਇਸ ਘਰ ਦੇ ਵਿੱਚ ਤਾਂ ਪਤਾ ਨਹੀਂ ਕਿਹੜੀ ਚੀਜ਼ ਬਲਾ ਵੜ ਗਈ ਆਣ ਕੇ, ਇੱਥੇ ਸਾਡਾ ਗੁਜ਼ਾਰਾ ਨਹੀਂ ਹੁੰਦਾ, ਇੱਥੇ ਸਾਡੀ ਰੋਟੀ ਨਹੀਂ ਪੂਰੀ ਹੁੰਦੀ, ਚਲੋ ਆਪਾਂ ਦੂਜੇ ਪਿੰਡ ਚਲੀਏ, ਤੇ ਬਣ ਜਾਊ ਗੱਲ ਇੱਦਾਂ? ਕਦੀ ਨਹੀਂ ਬਣਨੀ ਇੱਦਾਂ। ਪ੍ਰਭੂ ਨੇ ਤੁਹਾਨੂੰ ਘਰ ਦਿੱਤਾ ਹੈ, ਪ੍ਰਭੂ ਨੇ ਤੁਹਾਨੂੰ ਪਿੰਡ ਦਿੱਤਾ ਹੈ, ਪ੍ਰਭੂ ਨੇ ਤੁਹਾਨੂੰ ਲੋਕ ਦਿੱਤੇ ਆ, ਖੇਤ ਵੀ ਦਿੱਤੇ, ਕੰਮ ਵੀ ਉੱਥੇ ਦਿੱਤਾ, ਪਰ ਹੁਣ ਤੁਹਾਡੀ ਮਰਜ਼ੀ ਆ ਉਹਨੂੰ ਵਫਾਦਾਰੀ ਨਾ ਕਰਨਾ ਕਿ ਲਾਪਰਵਾਹੀ ਨਾ ਕਰਨਾ। ਜੇ ਜਾਨ ਨਾਲ ਮਿਹਨਤ ਨਾਲ ਮਨ ਲਾ ਕੇ ਕਰੋਗੇ ਤਾਂ ਪ੍ਰਭੂ ਦੀ ਆਸ਼ੀਸ਼ ਆਊਗੀ, ਜੇ ਲਾਪਰਵਾਹੀ ਨਾ ਕਰੋਗੇ ਤਾਂ ਗੁਜ਼ਾਰਾ ਵੀ ਨਹੀਂ ਚੱਲਣਾ ਫਿਰ। ਇਸ ਕਰਕੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਇੱਦਾਂ ਦੀ ਸਿੱਖਿਆ ਤੋਂ ਬਚੀਏ, ਭਰਮਾਉਣ ਵਾਲੀਆਂ ਰੂਹਾਂ ਤੋਂ ਬਚੀਏ। ਅਤੇ ਦੇਖੋ ਅੱਜ ਇਹ ਹੀ ਆ ਇੱਕ ਦੂਸਰੇ ਨੂੰ ਭਰਮਾਇਆ ਜਾਂਦਾ, ਇੱਕ ਦੂਸਰੇ ਨੂੰ। ਅਤੇ ਜਿਹੜੇ ਤਾਂ ਸਹੀ ਵਚਨ ਨੂੰ ਮੰਨਣ ਵਾਲੇ ਵਿਸ਼ਵਾਸੀ, ਉਹ ਕਹਿੰਦੇ ਨਾ ਭਰਾਵਾ ਮੈਨੂੰ ਨਹੀਂ ਜ਼ਰੂਰਤ ਹੈ ਨਾ, ਮੈਂ ਜਿੱਥੇ ਪ੍ਰਭੂ ਨੇ ਮੈਨੂੰ ਰੱਖਿਆ ਮੈਂ ਉੱਥੇ ਠੀਕ ਹੀ ਹਾਂ। ਜੇ ਮੈਨੂੰ ਮਿਲਣਾ ਤਾਂ ਮੈਨੂੰ ਇੱਥੋਂ ਹੀ ਕੁਛ ਮਿਲ ਜਾਣਾ, ਅਤੇ ਜੇ ਮੈਨੂੰ ਨਹੀਂ ਮਿਲਣਾ ਨਾ ਤਾਂ ਹੋਰ ਕਿਤੇ ਜਾ ਕੇ ਵੀ ਨਹੀਂ ਮਿਲਣਾ। ਇਸ ਕਰਕੇ ਪ੍ਰਭੂ ਦੇ ਸੇਵਕ ਜਿਹੜੇ, ਤੁਸੀਂ ਉਹਨਾਂ ਵੱਲ ਦੇਖੋ। ਵਚਨ 'ਚ ਲਿਖਿਆ ਪ੍ਰਭੂ ਦੇ ਦਾਸਾਂ ਵੱਲ ਦੇਖੋ। ਲਿਖਿਆ ਇੱਕ ਐਤ ਵਿੱਚ ਜਦੋਂ ਪੜ੍ਹਦੇ ਹਾਂ ਤਾਂ ਲਿਖਿਆ ਪਰਮੇਸ਼ਵਰ ਆਪਣੇ ਆਗੂਆਂ ਨੂੰ ਚੇਤੇ ਰੱਖੋ, ਅਤੇ ਉਹਦੇ ਵਿੱਚ ਉਹੀ ਲਿਖਿਆ ਉਹਨਾਂ ਵੱਲ ਦੇਖੋ। ਉਹਨਾਂ ਵੱਲ ਦੇਖਣ ਦਾ ਮਤਲਬ ਆ ਵੀ ਉਹ ਤਾਂ ਉੱਥੇ ਹੀ ਰਹਿੰਦੇ, ਉਹ ਤਾਂ ਕਦੇ ਹਿਲਦੇ ਨਹੀਂ। ਜੇ ਉਹ ਉੱਥੇ ਰਹਿ ਕੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਤਾਂ ਤੁਹਾਨੂੰ ਵੀ ਪਰਮੇਸ਼ਵਰ ਵਧਾ ਸਕਦਾ ਹੈ। ਪਰਮੇਸ਼ਰ ਨੇ ਉੱਥੇ ਹੀ ਵਧਾਉਣਾ ਤੁਹਾਨੂੰ। ਅਤੇ ਇਸ ਕਰਕੇ ਸਾਨੂੰ ਇੱਧਰ ਉੱਧਰ ਭੱਜਣ ਦੀ ਜ਼ਰੂਰਤ ਨਹੀਂ ਆ। ਜਿਹੜੀਆਂ ਭਰਮਾਉਣ ਵਾਲੀਆਂ ਰੂਹਾਂ ਆ ਉਹਨਾਂ ਤੋਂ ਬਚਣ ਦੀ ਜ਼ਰੂਰਤ ਆ ਇਹਨਾਂ ਦਿਨਾਂ ਦੇ ਵਿੱਚ। ਦੇਖੋ ਕਈ ਸੇਵਕ ਹੀ ਆਣ ਕੇ ਭਰਮਾ ਕੇ ਚਲੇ ਜਾਂਦੇ ਆ ਕਲੀਸਿਆ ਦੇ ਲੋਕਾਂ ਨੂੰ। ਵਿਚਾਰੇ ਪਹਿਲਾਂ ਦੁਖੀ ਹੁੰਦੇ ਆ, ਅਤੇ ਉਹਨੂੰ ਕਹਿਣਾ ਤੁਹਾਡੇ ਤਾਂ ਭੂਤ ਵੜ ਗਿਆ ਹੁਣ ਆ ਕੇ, ਹੈ ਨਾ, ਕਿਉਂਕਿ ਉਹਨੂੰ ਤਾਂ ਪਤਾ ਨਹੀਂ ਹੈ ਨਾ, ਉਹਨੇ ਤਾਂ ਆਪਣੀ ਮਾਰ ਹੀ ਜਾਣੀ ਆ ਕੇ। ਤੁਹਾਡੇ ਹੁਣ ਭੂਤ ਵੜ ਗਿਆ ਆਣ ਕੇ, ਇਹਦੇ ਕੱਢਣਾ ਪਊਗਾ, ਅਤੇ ਇਹ ਤੁਹਾਡੇ ਪਾਸਟਰ ਕੋਲ ਨਹੀਂ ਗੱਲ ਬਣਦੀ ਹੈ ਨਾ। ਅਤੇ ਇਹਨਾਂ ਪਤਾ ਨਹੀਂਗਾ ਵੀ ਪਾਸਟਰ ਦੇ ਵਿਚਾਰਾ ਦਿਨ ਰਾਤ ਦੁਆ ਕਰੀ ਜਾਂਦਾ, ਪਾਸਟਰ ਨੇ ਹੁਣ ਕਿਹੜੀ ਗੱਲ ਬਣਾਉਣੀ, ਜੇ ਮੰਨਣਗੇ ਤਾਂ ਹੀ ਗੱਲ ਬਣਨੀ, ਠੀਕ ਨਹੀਂ। ਮੰਨ ਲਓ ਟੈਂਕੀ 'ਚ ਪਾਣੀ ਤਾਂ ਭਰਿਆ ਹੋਇਆ, ਹੁਣ ਕੋਈ ਬਾਲਟੀ ਥੱਲੇ ਰੱਖ ਕੇ ਤਾਂ ਬਹਿ ਜਾਵੇ, ਅਤੇ ਹੁਣ ਕੋਈ ਉਹਨੂੰ ਟੋਟੀ ਖੋਲੂਗਾ ਅਤੇ ਬਾਲਟੀ ਭਰਨੀ, ਅਤੇ ਟੂਟੀ ਤਾਂ ਖੋਲ੍ਹਦੇ ਨਹੀਂ, ਬਾਲਟੀ ਥੱਲੇ ਰੱਖ ਕੇ ਬੈਠੇ ਵੀ ਕਹਿੰਦੇ ਭਰਦੀ ਨਹੀਂ ਇਹ। ਇਸ ਕਰਕੇ ਸਾਨੂੰ ਕੀ ਕਰਨਾ ਪਊਗਾ, ਪਰਮੇਸ਼ਰ ਦੇ ਵਚਨ ਦੀ ਗੱਲ ਮੰਨਣੀ ਪੈਣੀ ਆ। ਜੋ ਪ੍ਰਭੂ ਦਾ ਵਚਨ ਕਹਿੰਦਾ ਉਹ ਕਰਨਾ ਪੈਣਾ ਆ। ਅਤੇ ਪ੍ਰਭੂ ਕਹਿੰਦਾ ਦੇਖੋ ਵੀ ਮੈਂ ਤੁਹਾਡੇ ਲਈ ਕਰਦਾ ਕਿ ਨਹੀਂ ਕਰਦਾ, ਆਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਕਿ ਨਹੀਂ ਖੋਲ੍ਹਦਾ। ਕਹਿੰਦਾ ਵੀ ਤੁਹਾਡੇ ਲਈ ਬਰਕਤ ਭਰਾਵਾਂ ਕਿ ਤੁਹਾਡੇ ਘਰ ਵਿੱਚ ਰੱਖਣ ਨੂੰ ਵੀ ਥਾਂ ਨਹੀਂ ਹੋਊਗੀ। ਅਤੇ ਦੇਖੋ ਸਾਡੀ ਗਵਾਹੀ ਆ ਜ਼ਿੰਦਗੀ ਦੀ, ਕਿ ਜਦੋਂ ਮੈਂ ਸੇਵਕਾਈ ਸ਼ੁਰੂ ਕੀਤੀ, ਮੈਂ ਸਿਰਫ ਇੱਕ ਗਲਾਸ, ਪਲੇਟ, ਕੌਲੀ ਅਤੇ ਇੱਕ ਪਰਾਤ ਸੀ, ਅਤੇ ਸਟੋਪ ਬੈਗ 'ਚ ਹੀ ਪਾਇਆ ਸੀ, ਅਤੇ ਵਿੱਚ ਚਾਦਰ ਰੱਖੀ। ਬਸ ਉਹ ਬੈਗ ਵੱਡਾ ਹੋ ਜਾਂਦਾ ਸੀ, ਉਹ ਹੀ ਲੈ ਕੇ ਅਤੇ ਮੈਂ ਬਠਿੰਡੇ ਵਿੱਚ ਪ੍ਰਭੂ ਦੀ ਸੇਵਾ ਕਈ ਕਰਨ ਆਇਆ ਸੀ। ਅਤੇ ਪ੍ਰਭੂ ਨੇ ਅੱਜ ਸਾਰੀਆਂ ਚੀਜ਼ਾਂ ਦਿੱਤੀਆਂ, ਕਿੰਨੇ ਭਾਂਡੇ ਦਿੱਤੇ ਹੈ ਨਾ, ਕਿੰਨਾ ਕੁਛ ਸਾਰਾ ਕੁਝ ਦਿੱਤਾ। ਇੱਕ ਮੰਜਾ ਵੀ ਨਹੀਂ ਥੱਲੇ ਸੌਂਦੇ ਹੁੰਦੇ ਸੀਗੇ, ਪਰ ਪ੍ਰਭੂ ਨੇ ਅੱਜ ਕਿੰਨੇ ਮੰਜੇ ਦਿੱਤੇ, ਤਾਂ ਬੈੱਡ ਵੀ ਦੇ ਹੀ ਦਿੱਤਾ। ਉਹ ਜਾਣ ਕੇ ਨਹੀਂ ਲੈਣੇ ਬੈੱਡ, ਪਹਿਲਾਂ ਹੀ ਮਿਲ ਜਾਣਾ ਹੈ, ਜਾਣ ਕੇ ਲੈਣੇ ਵੀ ਚੱਕ ਕੇ ਤਾਂ ਸਮਾਨ ਟੁੱਟ ਜਾਂਦਾ। ਕਿਉਂਕਿ ਮੈਨੂੰ ਇੱਕ ਪਾਸਟਰ ਨੇ ਕਿਹਾ ਸੀ ਸਮਾਨ ਜ਼ਿਆਦਾ ਨਾ ਲਿਓ, ਅਤੇ ਬੈੱਡ ਹੀ ਲੈਂਦਾ ਸੀ, ਅਤੇ ਫਿਰ ਘਰ ਦੇ ਕਹਿੰਦੇ ਹੁੰਦੇ ਲੈ ਤੁਸੀਂ ਪਤਾ ਨਹੀਂ ਕਦੋਂ ਨੂੰ ਬੈੱਡ ਲੈਣਾ, ਕਦੋਂ ਨੂੰ ਬੈੱਡ ਲੈਣਾ। ਅਤੇ ਬੈੱਡ ਤਾਂ ਪ੍ਰਭੂ ਨੇ ਦਿੱਤਾ ਹੀ ਸੀ ਪਹਿਲਾਂ ਹਿਸਾਬ ਹੈ ਨਾ। ਜੇ ਸਾਨੂੰ ਮੰਜੇ ਦੇ ਸਕਦਾ, ਬੈੱਡ ਨਹੀਂ ਦੇ ਸਕਦਾ ਪਰਮੇਸ਼ਰ ਨੇ ਸਾਰਾ ਕੁਛ ਆਪਣੇ ਲੋਕਾਂ ਨੂੰ ਕਰਕੇ ਦਿੰਦਾ, ਪਰ ਸਾਨੂੰ ਵਫਾਦਾਰ ਰਹਿਣ ਦੀ ਜ਼ਰੂਰਤ ਆ ਪ੍ਰਭੂ ਨਾਲ। ਅਤੇ ਸਾਡਾ ਮਸੀਹ ਵਿੱਚ ਆਉਣ ਦਾ ਇਹੀ ਮਤਲਬ ਹੈ ਕਿ ਸਾਡੀ ਕੁਛ ਅਦਲਾ ਬਦਲੀ ਹੋਣੀ ਚਾਹੀਦੀ ਆ। ਹਾਲੇਲੂਇਆ। ਜੇ ਦੂਸਰੇ ਲੋਕਾਂ ਦੀ ਤਰ੍ਹਾਂ ਦੂਸਰੇ ਲੋਕ ਕਈ ਵਾਰੀ ਮਸੀਹ ਲੋਕ ਉੱਥੇ ਰਹਿੰਦੇ ਆ, ਦੂਸਰੇ ਲੋਕ ਵੱਧ ਜਾਂਦੇ। ਫਿਰ ਉਦਾਹਰਨ ਦਿੰਦੇ ਆ, ਇਹਨਾਂ ਨੇ ਆਪਣੇ ਬਾਬੇ ਨੇ ਨਾਰਾਜ਼ ਕਰਤੇ, ਨਾਰਾਜ਼ ਬਾਬੇ ਵੀ ਕਰਤੇ, ਅਤੇ ਯਿਸੂ ਨੂੰ ਵੀ ਨਹੀਂ ਕੁਛ ਕੀਤਾ ਹੈ ਨਾ। ਅਤੇ ਫਿਰ ਕੀ ਬਣ ਗਏ ਦੋਨੇ ਹੀ, ਅੱਗੇ ਇੱਕ ਦੁਸ਼ਮਣ ਸੀ, ਹੁਣ ਦੋ ਦੁਸ਼ਮਣ ਹੋ ਗਏ। ਰੱਬ ਨੂੰ ਵੀ ਦੁਸ਼ਮਣ ਬਣਾ ਲਿਆ, ਅਤੇ ਸ਼ੈਤਾਨ ਨੂੰ ਵੀ ਦੁਸ਼ਮਣ ਬਣਾ ਲਿਆ। ਅਤੇ ਅੱਗੇ ਦੇ ਇੱਕ ਪਾਸਿਓਂ ਮਾਰ ਖਾਂਦੇ ਹੀ, ਹੁਣ ਦੋਨਾਂ ਪਾਸਿਓਂ। ਅਤੇ ਫਿਰ ਕਿੱਦਾਂ ਦਾ ਸਾਡਾ ਜੀਵਨ ਹੋ ਜਾਊਗਾ। ਇਸ ਕਰਕੇ ਅਸੀਂ ਬਚਨ 'ਚ ਲਿਖਿਆ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਅਤੇ ਸ਼ੈਤਾਨ ਦਾ ਸਾਹਮਣਾ ਕਰੋ।
ਹਾਲੇਲੂਇਆ। ਸ਼ੈਤਾਨ ਦਾ ਸਾਹਮਣਾ ਤਾਂ ਕਰ ਸਕਦੇ ਹਾਂ ਜਦੋਂ ਪਰਮੇਸ਼ਵਰ ਦੇ ਵਚਨ ਨੂੰ ਅਸੀਂ ਮੰਨਦੇ ਹਾਂ ਕਿ ਸੱਚਮੁੱਚ ਪਰਮੇਸ਼ਵਰ ਸੱਚਾ ਪਰਮੇਸ਼ਵਰ ਆ, ਇਹਦਾ ਵਚਨ ਸੱਚਾ ਆ, ਇਹ ਮੈਂ ਮੰਨ ਕੇ ਚੱਲਾਂ, ਤੇ ਪਰਮੇਸ਼ਵਰ ਕਦੀ ਘਾਟਾ ਸਾਡੇ ਜੀਵਨ 'ਚ ਨਹੀਂ ਆਉਣ ਦਿਓ। ਘਾਟਾ ਆ ਵੀ ਜਾਊਗਾ ਤੇ ਸਾਨੂੰ ਸਹਿਣ ਕਰਨ ਦੀ ਤਾਕਤ ਵੀ ਦੇ ਦਊਗਾ। ਹਾਲੇਲੂਇਆ। ਉਹ ਕਹੂਗਾ ਨਾ ਡਰ, ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਹੀ ਹਾਂ। ਇੱਕ ਵਾਰੀ ਇੱਕ ਪ੍ਰਭੂ ਦੇ ਦਾਸ ਨੇ ਗਵਾਹੀ ਦਿੱਤੀ ਸੀ, ਤੇ ਉਹ ਕਹਿੰਦਾ ਮੇਰਾ 1 ਕਰੋੜ ਦਾ ਨੁਕਸਾਨ ਹੋ ਗਿਆ। ਪ੍ਰਚਾਰ ਕਰਨ ਡਿਆ ਸੀ ਤਾਂ 1 ਕਰੋੜ ਦਾ ਨੁਕਸਾਨ ਹੋ ਗਿਆ। ਤੇ ਕਹਿੰਦਾ, ਤੇ ਉਹ ਹੱਸਣ ਡਿਆ ਸੀ, ਕਹਿੰਦਾ ਤੇ ਤੁਹਾਡੇ ਪਾਦਰੀ ਦੇ 10 ਰੁਪਏ ਗਵਾ ਜਾਣ ਤੇ ਉਹਨੂੰ ਚਿੰਤਾ ਲੱਗ ਜਾਣੀ। ਤੇ ਕਹਿੰਦਾ ਮੇਰਾ 1 ਕਰੋੜ ਦਾ ਨੁਕਸਾਨ ਹੋ ਗਿਆ, ਪਰ ਪ੍ਰਭੂ ਨੇ ਮੈਨੂੰ ਕਿਹਾ ਨਾ ਚਿੰਤਾ ਨਾ ਕਰ। ਤੇ ਕਹਿੰਦਾ ਮੈਂ ਪ੍ਰਭੂ ਦੇ ਵਿੱਚ ਸੀਗਾ ਤਾਂ ਕਰਕੇ ਮੈਂ ਕਹਿੰਦਾ ਸਹਿਣ ਕਰ ਗਿਆ, ਨਹੀਂ ਤਾਂ ਕਹਿੰਦਾ ਬੰਦਾ ਸਦਮੇ ਨਾਲ ਮਰ ਜਾਂਦਾ, ਕਈ ਕੁਛ ਹੋ ਜਾਂਦਾ। ਇਸ ਕਰਕੇ ਪ੍ਰਭੂ ਆਪਣੇ ਲੋਕਾਂ ਨੂੰ ਸਹਿਣ ਕਰਨ ਦੀ ਵੀ ਤਾਕਤ ਦਿੰਦਾ, ਤੇ ਤਾਕਤ ਵੀ ਦਿੰਦਾ, ਤੇ ਉਸ ਤੋਂ ਬਾਅਦ ਡਬਲ ਕਰਕੇ ਵਾਪਸ ਵੀ ਦਿੰਦਾ। ਹਾਲੇਲੂਇਆ। ਇਸ ਕਰਕੇ ਉਹ ਸਾਰੇ ਉਹਦੇ ਕੋਲ ਹੀ ਤਰੀਕੇ, ਪਰ ਇਹ ਆ ਕਿ ਉਹਨੂੰ ਸਾਨੂੰ ਮੰਨਣ ਦੀ ਜ਼ਰੂਰਤ ਆ, ਉਹਦੇ ਅਨੁਸਾਰ ਚੱਲਣ ਦੀ ਜ਼ਰੂਰਤ ਆ, ਤੇ ਇਹਨਾਂ ਸਿੱਖਿਆ ਤੋਂ ਬਚਣ ਦੀ ਜ਼ਰੂਰਤ ਹੈ। ਲਿਖਿਆ ਕਿਉਂ ਜੋ ਪਰਮੇਸ਼ਵਰ ਦੀ ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਹਨਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ਵਰ ਨੇ ਉਤਪਤ ਕੀਤੇ, ਭਈ ਨੇਚਾ ਕਰਨ ਵਾਲੇ ਅਤੇ ਸੱਚਾਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਨ। ਕਿਉਂ ਜੋ ਪਰਮੇਸ਼ਵਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਯੋਗ ਨਹੀਂ, ਜੇ ਕਦੇ ਉਹ ਧੰਨਵਾਦ ਨਾਲ ਲਈ ਜਾਵੇ। ਇਸ ਲਈ ਜੋ ਉਹ ਪਰਮੇਸ਼ਵਰ ਦੇ ਵਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ। ਇਹਦਾ ਮਤਲਬ ਅਸੀਂ ਜੋ ਕੁਛ ਵੀ ਖਾਂਦੇ ਹਾਂ, ਫਿਰ ਕੀ ਕਰੀਏ? ਪਰਮੇਸ਼ਵਰ ਦਾ ਧੰਨਵਾਦ ਕਰਕੇ, ਅਰਦਾਸ ਕਰਕੇ, ਤੇ ਉਹਨੂੰ ਫਿਰ ਖਾਈਏ। ਕਿਉਂਕਿ ਦੇਖੋ ਸੰਸਾਰ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਹੈ ਨਹੀਂ ਜਿਹੜੀ ਸਹੀ ਆ, ਹੈ ਨਾ। ਕਿਉਂਕਿ ਆਪਾਂ ਦੇਖੋ ਜੇ ਉਹ ਦੂਸਰੇ ਤੌਰ 'ਤੇ ਵੀ ਲਾਈਏ ਤਾਂ ਸਭ ਕੁਝ ਮਿਲਾਵਟ ਵਾਲਾ, ਪਰ ਆਪਾਂ ਉੱਤੇ ਦੁਆ ਕਰ ਦਿੰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਅਤੇ ਸੱਚਮੁੱਚ ਸ਼ੁੱਧ ਹੋ ਜਾਂਦੀ ਹੈ, ਅਤੇ ਸਾਰਾ ਕੁਛ ਜਿਹੜਾ ਅਸਰ ਵਿੱਚ ਪਾਇਆ ਹੁੰਦਾ ਅਸਰ ਵੀ ਪਰਮੇਸ਼ਵਰ ਖਤਮ ਕਰ ਦਿੰਦਾ। ਪ੍ਰਾਰਥਨਾ 'ਚ ਇੰਨੀ ਸਾਮਰਥ ਆ। ਹਾਲੇਲੂਇਆ। ਪਰ ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਵੀ ਭੁੱਲ ਜਾਂਦੇ ਹਾਂ, ਇਹ ਚੀਜ਼ਾਂ ਵੀ ਸਾਡੇ ਜੇਨ 'ਚ ਨਹੀਂ ਰਹਿੰਦੀਆਂ, ਅਤੇ ਇਸ ਕਰਕੇ ਅਸੀਂ ਘਟਦੇ ਜਾਂਦੇ ਹਾਂ। ਫਿਰ ਅੱਗੇ ਲਿਖਿਆ, ਜੇ ਤੂੰ ਭਰਾਵਾਂ ਦੇ ਅੱਗੇ ਇਹ ਗੱਲਾਂ ਪੇਸ਼ ਕਰੇ ਤਾਂ ਤੂੰ ਨੇਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਰਿਹਾ ਪਲ ਕੇ ਮਸੀਹ ਦਾ ਚੰਗਾ ਸੇਵਕ ਬਣੇਗਾ। ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ। ਹਾਲੇਲੂਇਆ। ਇਸ ਕਰਕੇ ਆਪਾਂ ਨੂੰ ਦੁਨੀਆਦਾਰੀ ਦੀਆਂ ਜਿਹੜੀਆਂ ਕਹਾਣੀਆਂ ਵੱਲ ਗੱਲਾਂ ਨਹੀਂ ਹੁਣ ਚਿੱਤ ਲਾਉਣ ਦੀ ਜ਼ਰੂਰਤ ਨਹੀਂ ਆ। ਪਰਮੇਸ਼ਵਰ ਦੀ ਭਗਤੀ ਵੱਲ, ਭਗਤੀ ਦੀ ਸਾਧਨਾ ਕਰਨ ਦੀ ਜ਼ਰੂਰਤ ਹੈ, ਮਤਲਬ ਸਿੱਧੇ ਹੋਣ ਦੀ ਜ਼ਰੂਰਤ ਹੈ। ਤਾਂ ਲਿਖਿਆ ਕਿਉਂ ਜੋ ਸਰੀਰਕ ਸਾਧਨਾ ਜੋ ਤੋਂ ਲਾਭ ਥੋੜ੍ਹਾ ਹੈ, ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ, ਕਿਉਂ ਜੋ ਹੋਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਉਸ ਦੇ ਨਾਲ ਹੈ। ਹਾਲੇਲੂਇਆ। ਇਹਦਾ ਮਤਲਬ ਕਿ ਜਿਹੜੀ ਅਸੀਂ ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਉਹਦਾ ਕੀ ਹੈ? ਉਹ ਸਾਨੂੰ ਇਸ ਸਮੇਂ ਦੇ ਵਿੱਚ ਵੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦਾ ਲਾਭ ਆ, ਉਹਦਾ ਫਾਇਦਾ ਆ। ਇਸ ਕਰਕੇ ਅਸੀਂ ਜ਼ਿਆਦਾ ਪ੍ਰਾਰਥਨਾ ਕਰੀਏ, ਲਗਾਤਾਰ ਸੰਗਤੀ ਕਰੀਏ, ਔਰ ਕਿਉਂਕਿ ਹੁਣ ਸੰਗਤੀ ਖੁੱਲ੍ਹ ਗਈ ਆ, ਐਤਵਾਰ ਸੰਗਤੀ ਹੁੰਦੀ ਆ, ਲਗਾਤਾਰ ਆਪਾਂ ਸੰਗਤੀ ਕਰੀਏ, ਪ੍ਰਭੂ ਦੇ ਵਚਨ ਨੂੰ ਪੂਰਾ ਕਰੀਏ, ਪ੍ਰਭੂ ਦੇ ਵਚਨ ਨੂੰ ਮੰਨੀਏ, ਔਰ ਇਸ ਭਗਤੀ ਦੇ ਵਿੱਚ ਵਧੀਏ, ਪਰਮੇਸ਼ਵਰ ਦੇ ਵਚਨ ਨੂੰ ਸੁਣੀਏ, ਵਚਨ ਦੇ ਵਿੱਚ ਵਧੀਏ, ਤਾਂ ਕਿ ਅਸੀਂ ਭਰਮਾਉਣ ਵਾਲੀਆਂ ਰੂਹਾਂ ਤੋਂ ਬਚ ਸਕੀਏ ਅਤੇ ਭੂਤਾਂ ਦੀ ਸਿੱਖਿਆ ਤੋਂ ਬਚ ਸਕੀਏ। ਅੱਜ ਦੇਖੋ ਆਪਾਂ ਇਹ ਸੋਚਦੇ ਹਾਂ ਵੀ ਕਿਤੇ ਥੋੜ੍ਹੀ ਗੱਲ ਨਹੀਂ ਹੈ ਇਹ ਜਿਹੜੀ ਭੂਤਾਂ ਦੀ ਸਿੱਖਿਆ ਵਚਨ ਦੱਸਦਾ, ਇਹ ਛੋਟੀ ਜਿਹੀ ਗੱਲ ਨਹੀਂ ਗਈ। ਦੇਖੋ ਲੱਖਾਂ ਦੇ ਨਾਲ ਲੋਕ ਜਿਹੜੇ ਉਹਦੇ ਵਿੱਚ ਫਸੇ ਪਏ ਆ। ਇੱਥੇ ਤੱਕ ਡੇਰੇ ਬਣੇ ਪਏ ਆ, ਉਹ ਤੁਹਾਨੂੰ ਵੀ ਪਤਾ ਹੀ ਆ ਕਿ ਉਹ ਡੇਰੇ ਬਣੇ ਪਏ ਆ। ਉਹ ਸਾਨੂੰ ਪਤਾ ਹੁਣ ਕਿ ਭੂਤਾਂ ਦੀ ਸਿੱਖਿਆ, ਪਰ ਉਹ ਕਹਿੰਦੇ ਹਾਂ ਰੱਬ ਦੇ ਰਾਹ ਚੱਲੇ ਆ, ਅਤੇ ਲੋਕ ਭੂਤਾਂ ਨੂੰ ਵੀ ਰੱਬ ਹੀ ਕਹੀ ਜਾਂਦੇ, ਹੈ, ਅਤੇ ਜਿਹੜੇ 2 ਇੱਟਾਂ ਰੱਖੀਆਂ ਉਹਨੂੰ ਵੀ ਰੱਬ ਹੀ ਕਹੀ ਜਾਂਦੇ। ਅਤੇ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਆ ਕਿ ਪਰਮੇਸ਼ਵਰ ਨੇ ਸਾਨੂੰ ਚੁਣਿਆ, ਅਲੱਗ ਕੀਤਾ, ਅਤੇ ਅਸੀਂ ਪਰਮੇਸ਼ਵਰ ਦੇ ਯੋਗ ਚਾਲ ਚੱਲੀਏ ਅਤੇ ਲੋਕਾਂ ਨੂੰ ਦੱਸੀਏ ਕਿ ਸੱਚਮੁੱਚ ਅਸੀਂ ਜਿੰਦੇ ਪਰਮੇਸ਼ਵਰ ਦੇ ਪਿੱਛੇ ਲੱਗੇ ਹਾਂ। ਉਹ ਪਰਮੇਸ਼ਵਰ ਜਿਉਂਦਾ ਆ, ਉਹ ਪਰਮੇਸ਼ਵਰ ਕਦੇ ਵੀ ਛੱਡਦਾ ਨਹੀਂ ਆ, ਉਹ ਪਰਮੇਸ਼ਵਰ ਜ਼ਰੂਰ ਆਪਣੇ ਲੋਕਾਂ ਨੂੰ ਬਰਕਤ ਦਿੰਦਾ। ਅਤੇ ਇਸ ਕਰਕੇ ਬਰਕਤ ਲੈਣੀ ਸਾਡੇ ਹੱਥ ਵੱਸ ਆ ਕਿ ਅਸੀਂ ਕਿਸ ਤਰ੍ਹਾਂ ਨਾਲ ਬਰਕਤ ਲੈਣੀ ਆ, ਕਿੱਦਾਂ ਦੀ ਬਰਕਤ ਲੈਣੀ ਆ, ਔਰ ਕਿੱਦਾਂ ਦਾ ਨਮੂਨਾ ਅਸੀਂ ਲੋਕਾਂ ਦੇ ਵਿੱਚ ਰੱਖਣਾ।
ਤੇ ਇਸ ਕਰਕੇ ਪ੍ਰਭੂ ਦਾ ਵਚਨ ਦੱਸਦਾ ਕਿ ਜਿਹੜੀ ਭਗਤੀ ਹੈ ਸਰੀਰਕ ਸਾਧਨਾ ਜਿਹੜੀ ਥੋੜ੍ਹੇ ਚਿਰ ਲਈ ਆ, ਪਰ ਭਗਤੀ ਸਾਰੀਆਂ ਗੱਲਾਂ ਵਿੱਚ ਲਾਭਵੰਤ ਆ। ਅਤੇ ਉਹਦਾ ਵਾਅਦਾ ਇਸ ਜੀਵਨ ਵਿੱਚ ਵੀ ਆ ਅਤੇ ਆਉਣ ਵਾਲੇ ਜੀਵਨ ਦੇ ਵਿੱਚ ਵੀ ਇਸ ਪ੍ਰਾਰਥਨਾ ਦਾ, ਸੰਗਤੀ ਦਾ ਵਾਅਦਾ ਆ। ਇਸ ਕਰਕੇ ਆਈਏ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ ਕਿ ਸੱਚਮੁੱਚ ਪਰਮੇਸ਼ਰ ਦਾ ਵਾਅਦੇ ਸਾਡੇ ਜੀਵਨ 'ਚ ਪੂਰੇ ਹੋਣ ਔਰ ਅਸੀਂ ਭਰਮਾਉਣ ਵਾਲੀਆਂ ਰੂਹਾਂ ਔਰ ਭੂਤਾਂ ਦੀ ਸਿੱਖਿਆ ਤੋਂ ਬਚ ਸਕੀਏ। ਤਾਰੀਫ, ਹਾਲੇਲੂਇਆ। ਧੰਨਵਾਦ ਪ੍ਰਭੂ ਜੀ, ਤੇਰੇ ਬੱਚਿਆਂ ਲਈ ਮੈਂ ਪ੍ਰਾਰਥਨਾ ਕਰਦਾ, ਖੁਦਾਵੰਦ ਤੂੰ ਆਪਣੇ ਬੱਚਿਆਂ ਉੱਤੇ ਦਇਆ ਕਰੋ ਪ੍ਰਭੂ ਜੀ, ਹਾਲੇਲੂਇਆ, ਤਾਂ ਕਿ ਤੇਰੇ ਬੱਚੇ ਪ੍ਰਭੂ ਜੀ ਭਰਮਾਉਣ ਵਾਲੀ ਰੂਹਾਂ ਤੋਂ, ਭੂਤਾਂ ਦੀ ਸਿੱਖਿਆ ਤੋਂ ਪ੍ਰਭੂ ਜੀ ਬਚ ਸਕਣ, ਤਾਂ ਕਿ ਜੋ ਅੱਜ ਲੋਕ ਪ੍ਰਭੂ ਜੀ ਭਰਮਾਉਣ ਵਾਲੀ ਸਿੱਖਿਆ ਦੇ ਵਿੱਚ, ਭੂਤਾਂ ਦੀ ਸਿੱਖਿਆ ਦੇ ਵਿੱਚ ਆ ਕੇ ਪ੍ਰਭੂ ਜੀ ਕਈ ਲੋਕ ਨੇਚਾ ਤੋਂ ਪਿੱਛੇ ਚਲੇ ਗਏ ਆ। ਪ੍ਰਭੂ ਤੂੰ ਆਪਣੇ ਬੱਚਿਆਂ 'ਤੇ ਦਇਆ ਕਰ, ਇਸ ਕਲੀਸਿਆ 'ਤੇ ਦਇਆ ਕਰ, ਗ੍ਰੇਸ ਜੀ ਪ੍ਰਾਰਥਨਾ ਭਵਨ 'ਤੇ ਦਇਆ ਕਰ ਪ੍ਰਭੂ ਜੀ। ਸਾਰੇ ਨੌਜਵਾਨ ਬਜ਼ੁਰਗ ਬੱਚਿਆਂ ਨੂੰ ਤੁਹਾਡੇ ਪਾਕ ਲਹੂ ਦੇ ਅੰਦਰ ਛੁਪਾਉਣਾ ਪ੍ਰਭੂ ਜੀ, ਕੋਈ ਵੀ ਗੁੰਮਰਾਹ ਨਾ ਹੋਏ, ਕੋਈ ਵੀ ਇੱਧਰ ਉੱਧਰ ਨਾ ਫਿਰੇ ਪ੍ਰਭੂ ਜੀ, ਬਲਕਿ ਤੇਰੀ ਕਿਰਪਾ ਤੇਰੇ ਬੱਚਿਆਂ ਦੇ ਉੱਪਰ ਬਣੀ ਰਹੇ ਔਰ ਤੇਰੇ ਬੱਚੇ ਆਉਣ ਵਾਲੇ ਦਿਨਾਂ ਵਿੱਚ ਵਫਾਦਾਰੀ ਨਾਲ ਸੰਗਤੀ ਵਿੱਚ ਵਧਣ, ਪ੍ਰਾਰਥਨਾ ਵਿੱਚ ਵਧਣ ਔਰ ਤੇਰੀ ਭਗਤੀ ਵਿੱਚ ਵਧਣ ਪ੍ਰਭੂ ਜੀ, ਔਰ ਕੋਈ ਵੀ ਇੱਦਾਂ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ, ਬਲਕਿ ਤੁਹਾਡੀ ਕਿਰਪਾ ਔਰ ਦਇਆ ਇਹਨਾਂ ਦੇ ਜੀਵਨਾਂ ਉੱਪਰ ਬਣੀ ਰਹੇ, ਇਹਨਾਂ ਦੇ ਪਰਿਵਾਰਾਂ ਉੱਤੇ ਬਣੀ ਰਹੇ। ਦਇਆ ਕਰੋ, ਸਾਡੀ ਪ੍ਰਾਰਥਨਾ ਨੂੰ ਸੁਣਿਆ, ਧੰਨਵਾਦ। ਮਸੀਹ ਯਿਸੂ ਦਾ ਨਾਮ ਲੈ ਕੇ ਮੰਗਦੇ, ਆਮੀਨ ਆਮੀਨ। ਹੁਣ ਸਾਡੇ ਪਿਤਾ ਪਰਮੇਸ਼ਰ ਦਾ ਪਿਆਰ, ਯਿਸੂ ਮਸੀਹ ਦੀ ਕਿਰਪਾ, ਪਵਿੱਤਰ ਆਤਮਾ ਦੀ ਸੰਗਤ ਹੁਣ ਤੋਂ ਲੈ ਕੇ ਦੁਨੀਆ ਤਮਾਮ ਇਮਾਨਦਾਰ ਲੋਕਾਂ ਦੇ ਨਾਲ, ਪਰਮੇਸ਼ਰ ਦੇ ਸੰਤਾਂ ਸੇਵਕਾਂ ਦੇ ਨਾਲ ਔਰ ਇਸ ਕਲੀਸਿਆ ਦੇ ਨਾਲ